ज्वाइन किया कि ताकि अपना कंसैप्ट जो चल रहा वो पूरा हो जाए। तो आप गल कर रहे थे नजरिए पर एक प्रयोग, तो इतने की किया हुण प्याजे ने, निकल तो नहीं गया दिमागों हैगा ना अजे, चल रहा नाल नाल। ओके, तो असीं गल कर रहे थे प्याजे ने जिहड़ा जो ने बच्चों के प्रयोग किया सी, किहड़ी एज ग्रुप तक, किहड़ी एज ग्रुप तक के बच्चों के प्रयोग किया सी? 4 ਤੋਂ 11 साल के बच्चों से। ठीक है, 4 ਤੋਂ 11 साल के बच्चों से किहड़े किन्ने डिमेंशनल वाला जिहड़ा उन्हें बनाया सी प्रोजेक्ट? 3 डिमेंशनल। ठीक है, 3 डिमेंशनल। ਉਹਦੇ ਵਿੱਚ ਹੁਣ ਉਹਨੇ ਕੀ ਕੀਤਾ, ਦੇਖੋ ਪਹਿਲੋਂ ਰਿਪੀਟ ਕਰੀਏ ਇਹਦੇ ਦਿਮਾਗ ਦੇ ਵਿੱਚ। ਬੱਚੇ ਨੂੰ ਉਹਨੇ ਮੇਜ਼ ਦੇ ਉੱਪਰ ਜਿਹੜਾ ਉਹਦਾ ਮਾਡਲ ਰੱਖ ਕੇ, ਜਿਹੜਾ ਪਰਬਤ ਦਾ ਉਹਨੇ ਮਾਡਲ ਬਣਾਇਆ ਸੀਗਾ, ਪਹਾੜ ਦਾ ਮਾਡਲ ਬਣਾਇਆ, ਉਹਦੇ ਚਾਰੇ ਪਾਸੇ ਬੱਚੇ ਨੂੰ ਘੁਮਾਇਆ ਗਿਆ। ਠੀਕ ਹੈ, ਔਰ ਬੱਚੇ ਨੂੰ ਘੁਮਾਉਣ ਤੋਂ ਬਾਅਦ ਇੱਕ ਕੁਰਸੀ ਤੇ ਬਿਠਾ ਦਿੱਤਾ ਗਿਆ ਔਰ ਉਹਨੂੰ ਇਹ ਪੁੱਛਿਆ ਗਿਆ ਕਿ ਤੁਹਾਡੇ ਸਾਹਮਣੇ ਕੀ ਦਿਖਾਈ ਦੇ ਰਿਹਾ ਹੈ। ਜਿਹੜਾ ਉਹਦੀ ਸਾਈਡ ਦੇ ਉੱਤੇ ਜੋ ਵੀ ਪਿਕਚਰ ਦਿਖਾਈ ਦੇ ਰਹੀ ਸੀਗੀ, ਉਹਨੂੰ ਪੁੱਛਿਆ ਗਿਆ ਕਿ ਇਹਦੇ ਤੁਹਾਨੂੰ ਕੀ ਪਿਕਚਰ ਦਿਖਾਈ ਦੇ ਰਹੀ ਆ। ਹੁਣ ਉਹਦੇ ਸਾਹਮਣੇ ਕਾਰਡਬੋਰਡ ਰੱਖੇ ਗਏ ਜਾਂ ਚਿੱਤਰ ਰੱਖੇ ਗਏ ਜਾਂ ਪਿਕਚਰਸ ਰੱਖੀਆਂ ਗਈਆਂ। ਉਹ ਪਿਕਚਰਸ ਕਿੰਨੀਆਂ ਸੀਗੀਆਂ ਇਹ ਵੀ ਯਾਦ ਰੱਖਣਾ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨਾ ਪ੍ਰਯੋਗ, ਉਹਨਾਂ 'ਚ ਆਪਾਂ ਨੂੰ ਇਨ ਬਿਨ ਹੀ ਦੱਸਣਾ ਪੈਂਦਾ ਕੀ ਕੁਛ ਹੈਗਾ ਸੀ। ਕਿੰਨੇ ਚਿੱਤਰ ਸੀਗੇ? 10 ਚਿੱਤਰ ਸੀਗੇ। 10 ਪਿਕਚਰਸ ਬੱਚੇ ਨੂੰ ਦਿਖਾਈਆਂ ਗਈਆਂ ਔਰ ਉਹਨੂੰ ਕਿਹਾ ਗਿਆ ਕਿ ਤੁਸੀਂ ਇਹਨਾਂ ਦੇ ਵਿੱਚੋਂ ਉਹ ਪਿਕਚਰ ਚੁਣੋ ਜਿਹੜੀ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੀ ਹੈ। ਠੀਕ ਹੈ, ਤੇ ਬੱਚਾ ਕੀ ਕਰੇਗਾ? ਬੱਚਾ ਦੱਸ ਦੇਗਾ, ਕਿਉਂਕਿ ਇਸ ਏਜ ਗਰੁੱਪ ਦਾ ਜਿਹੜਾ ਬੱਚਾ ਹੈਗਾ ਉਹ ਆਪਣੇ ਸਾਹਮਣੇ ਪਈ ਚੀਜ਼ ਨੂੰ ਤਾਂ ਦੇਖ ਕੇ, ਕੁਝ ਬੱਚੇ ਹੋ ਸਕਦੇ ਕਿ ਥੋੜਾ ਸਲੋਲੀ ਦੱਸਣ, ਕੁਝ ਬੱਚੇ ਜਿਹੜੇ ਇਸ ਤਰ੍ਹਾਂ ਦੇ ਹੋ ਸਕਦੇ ਕਿ ਥੋੜਾ ਜਿਹਾ ਜਲਦੀ ਦੱਸ ਦੇਣ। ਠੀਕ ਹੈ, ਆਪਾਂ ਗੱਲ ਕਰ ਰਹੇ ਹਾਂ 3 ਤੋਂ ਲੈ ਕੇ 6 ਸਾਲ ਦੇ ਬੱਚੇ ਦੀ। हाँ, शालापूर्व, देखो शालापूर्व जो शब्द आउंदा तां असीं की गल कर रहे हैं 3 ਤੋਂ 6 साल के बच्चे। शालापूर्व के अधिकांश बच्चे इसे सरलतापूर्वक कर सकते हैं, अर्थात वे बता सकते हैं कि उनके पक्ष से पर्वत कैसा दिखता है। हुण दूजा काम की किया गया, दूजी बारी उन्होंने ये किया गया और आपां एक चीज विच छड्ड गए कि एक बन्ने बच्चे नूं बिठाया, ਉਹਦੇ सामने एक लकड़ी दी या प्लास्टिक दी या एक डमी रख दी गई, डमी बच्ची रख दी गई ਜਿਹੜੀ ਉਹਦੇ सामने है, दूजे बन्ने है। ਤਾਂ ਹੁਣ ਉਹਨੂੰ ਬੱਚੇ ਨੂੰ ਇਹ ਕਿਹਾ ਗਿਆ ਕਿ ਤੂੰ ਇਹ ਦੱਸ ਵੀ ਜਿਹੜੀ ਉਹ ਸਾਹਮਣੇ ਗੁੜੀਆ ਬੈਠੀ ਹੈ ਉਹਨੂੰ ਕੀ ਦਿਖਾਈ ਦੇ ਰਿਹਾ ਹੋਏਗਾ। ਕਿਉਂਕਿ ਆਪਾਂ ਉਹਨੂੰ ਤਾਂ ਪੁੱਛ ਸਕਦੇ ਨੇ, ਪਹਿਲਾਂ ਆਪਾਂ ਉਹਨੂੰ ਚਾਰੇ ਪਾਸੇ ਘੁਮਾਇਆ ਹੈ, ਚਾਰੇ ਪਾਸੇ ਘੁਮਾ ਕੇ ਆਪਾਂ ਨੂੰ ਇਹ ਦੇਖਣ ਵਾਸਤੇ ਕਿਹਾ ਸੀ ਕਿ ਤੂੰ ਚਾਰੇ ਪਾਸੇ ਦੇਖ ਲੈ, ਤੈਨੂੰ ਕੀ ਦਿਖਾਈ ਦਿੰਦਾ। ਹੁਣ ਅਸੀਂ ਇਹ ਸੋਚਣਾ ਚਾਹੁੰਦੇ ਹਾਂ, ਪੁੱਛਣਾ ਚਾਹੁੰਦੇ ਬੱਚੇ ਨੂੰ ਕਿ ਉਹਨੂੰ ਕੀ ਗੁੜੀਆ ਵਾਲੇ ਆਸਪੈਕਟ ਤੋਂ ਦਿਖਾਈ ਦੇ ਰਿਹਾ ਹੈ ਚੀਜ਼, ਵੀ ਗੁੜੀਆ ਕੀ ਦੇਖ ਰਹੀ ਹੈ। पर इत्थे की हुंदा है कि मोस्टली बच्चे की है जिहड़े छोटी उम्र के बच्चे, वो कहंदा कि जिहड़े 3 साल के बच्चे ने वो की करते हैं, उन्हां दे दिमाग 'च आउंदा जिहड़ी मर्जी फोटो चक के उठा के फड़ा दिओ। ठीक है, उन्हां वास्ते सारा इक्को जिहा लगदा उन्हां नूं कि जिहड़ी मर्जी फोटो चक के उठा के फड़ा दिओ। जिहड़े मतलब इत्थे 5 साल के बच्चे ने, लगभग 5 वर्षीय बच्चे जिहड़े 5 साल के बच्चे ने, वो की करनगे, ਉਹ चित्र उठा के बच्चे पेश कर देंगे ने जो उन्हें आपदे वालों देख रहा है, जो ਉਹਨੂੰ ਆਪਣੇ ਵੱਲੋਂ ਦਿਖਾਈ ਦੇ ਰਿਹਾ ਸੀ ਉਹੀ ਚਿੱਤਰ ਉਹ ਸੋਚਦਾ ਕਿ ਬਾਲਿਕਾ ਨੂੰ ਵੀ ਦੂਜੀ ਜਿਹੜੀ ਲੱਕੜ ਦੀ ਗੁੜੀਆ ਹੈ ਉਹਨੂੰ ਵੀ ਉਹੀ ਦਿਖਾਈ ਦੇ ਰਿਹਾ ਹੋਏਗਾ। ਠੀਕ ਹੈ, ਤਾਂ ਇੱਥੇ ਹੁਣ ਧਿਆਨ ਨਾਲ ਆਦੇ ਦਿਮਾਗ 'ਚ ਇਹ ਚੀਜ਼ ਬਿਠਾ ਲਓ, ਜਿਹੜੇ 5 ਸਾਲ ਤੱਕ ਦੇ ਬੱਚੇ, 6 ਸਾਲ ਤੱਕ ਦੇ ਬੱਚੇ ਹੈਗੇ ਆ ਨਾ, ਉਹ ਦੂਸਰੇ ਦੇ ਨਜ਼ਰੀਏ ਤੋਂ ਚੀਜ਼ ਨਹੀਂ ਦੇਖ ਪਾਉਂਦੇ। ਇਹ ਗੱਲ ਕਿਹਨੇ ਕਹੀ ਆ? ਇਹ ਗੱਲ ਕਹੀ ਆ ਪਿਆਜੇ ਨੇ। ਅੱਜ ਦੀ ਗੱਲ ਨਹੀਂ ਆਪਾਂ ਕਰਾਂਗੇ, ਆਪਾਂ ਇਹ ਗੱਲ ਕਰਾਂਗੇ ਕਿ ਪਿਆਜੇ ਦੇ ਅਨੁਸਾਰ ਜਿਹੜੇ 5 ਜਾਂ 6 ਸਾਲ ਦੇ ਬੱਚੇ ਨੇ ਉਹ ਦੂਸਰੇ ਦੇ ਨਜ਼ਰੀਏ ਤੋਂ ਚੀਜ਼ ਨੂੰ ਨਹੀਂ ਦੇਖ ਪਾਉਂਦੇ। ਇਹ ਉਹਨਾਂ ਦੇ ਵਿੱਚ ਅਜੇ ਕਲਪਨਾ ਸ਼ਕਤੀ ਜਾਂ ਇਹ ਉਹਨਾਂ ਦੇ ਵਿੱਚ ਅਜੇ ਵਿਚਾਰ ਸ਼ਕਤੀ ਪੈਦਾ ਨਹੀਂ ਹੋਈ ਹੁੰਦੀ। ਠੀਕ ਹੈ, ਔਰ ਇਹ ਦੂਜਾ ਆਪਾਂ 3 ਤੋਂ 6 ਸਾਲ ਦੇ ਬੱਚੇ ਦੀ ਗੱਲ ਕਰਦੇ ਪਏ ਸੀਗੇ। ਫਿਰ ਦੂਜੀ ਗੱਲ ਇਹ ਕਿਹਦਾ ਕੰਸੈप्ट हैगा? प्याजे का कंसेप्ट है। कंसेप्ट की है कि दूसरे से नजरिए से चीजों को देख पाने की योग्यता। ठीक है, ਤਾਂ ਹੁਣ ਇੱਕ ਚੀਜ਼ ਹੋਰ, ਪਿਆਜੇ ਦੇ ਅਨੁਸਾਰ ਕਿਹੜੇ ਸਾਲ ਤੱਕ ਦੇ ਬੱਚੇ ਜਿਹੜੇ ਹੈਗੇ ਉਹਨਾਂ 'ਚ ਯੋਗਤਾ ਵਿਕਸਿਤ ਹੋਣੀ ਸ਼ੁਰੂ ਹੋ ਜਾਂਦੀ ਆ? 6 ਤੋਂ ਬਾਅਦ, मतलब 6 ਤੋਂ ਲੈ ਕੇ 7 ਸਾਲ ਜਿਹੜੇ ਬੱਚੇ ਹੈਗੇ, 8 ਸਾਲ ਦੇ ਬੱਚੇ ਜਿਹੜੇ ਹੈਗੇ ਉਹਨਾਂ 'ਚ ਵਿਕਸਿत होनी शुरू हो जाती है। प्याजे के अनुसार बालिका इस कार्य को सही तरह से करने में तभी समर्थ होगी जब उसे यह बोध होने लगेगा
कि दूसरे से परिप्रेक्ष्य, दूसरे के परिप्रेक्ष्य मतलब दूसरे दे अनुसार, दूसरे दे कंटेक्स्ट तो, दूसरे दे नजर तो, दूसरे दे पक्ष तो चीजां भिन्न हो सकती हैं, अलग हो सकती हैं। इसके लिए बालिका में दूसरों के नजरिए से देख पाने की योग्यता का होना आवश्यक है। ये ਤਾਂ ਸੀਗਾ ਪਿਆਜੇ ਦਾ ਕਨਸੈਪਟ, ਮਤਲਬ ਪਿਆਜੇ ਦਾ ਈਗੋਸਰਟਿਜ਼ਮ ਦਾ ਕਨਸੈਪਟ। ਪਿਆਜੇ ਅਨੁਸਾਰ ਇਹ ਚੀਜ਼ਾਂ ਕੀ ਹੈਗੀਆਂ ਨੇ, ਜਾਂ ਬੱਚੇ ਦੇ ਵਿੱਚ ਅਹਮ ਕੇਂਦਰਿਤਤਾ ਕਦੋਂ ਪੈਦਾ ਹੁੰਦੀ ਹੈ, ਕਦੋਂ ਨਹੀਂ ਹੁੰਦੀ। ਹੁਣ ਆਪਾਂ ਗੱਲ ਕਰਾਂਗੇ ਅੱਗੇ ਹਾਲ ਹੀ ਮੇ ਹੋਏ ਸ਼ੋਧ। ਠੀਕ ਹੈ, ਜਿਹੜੇ ਪ੍ਰਯੋਗ ਹੁਣੇ ਥੋੜੇ ਸਮੇਂ ਪਹਿਲਾਂ ਹੋਏ, ਥੋੜੇ ਸਮੇਂ ਪਹਿਲਾਂ ਮਤਲਬ ਪਿਆਜੇ ਤੋਂ ਬਾਅਦ ਵਿੱਚ ਜਿਹੜੇ ਪ੍ਰਯੋਗ ਹੋਏ, ਜਿਹੜੇ ਅਨੁਸੰਧਾਨ ਕੀਤੇ ਗਏ, ਜਿਹੜੀਆਂ ਖੋਜਾਂ ਕੀਤੀਆਂ ਗਈਆਂ ਉਹਨਾਂ ਦੇ ਸੰਬੰਧ ਦੇ ਵਿੱਚ। शोधकर्ता, शोधकर्ता कौन होंगे आ? विज्ञानी जेडे इस प्रयोग ਨੂੰ ਕਰਨ वाले। शोधकर्ताओं के हाल ही में किए गए शोध से यह पता चलता है कि उपर्युक्त प्रयोग का सही उत्तर देने में शालापूर्व बच्चे की असमर्थता का कारण प्रयोग का काफी जटिल होना है। ठीक है, ਉਹ ਇਹ ਮੰਨਦੇ ਸੀਗੇ ਕਿ ਜਿਹੜਾ ਪ੍ਰਯੋਗ ਪਿਆਜੇ ਨੇ ਕੀਤਾ ਉਹ ਬਹੁਤ ਜ਼ਿਆਦਾ ਕਠਿਨ ਸੀ, ਕੰਪਲੈਕਸ ਸੀ, ਇਸ ਕਾਰਨ ਕਰਕੇ ਬੱਚੇ ਜਿਹੜੇ ਹੈਗੇ ਉਹਦਾ ਸਹੀ ਉੱਤਰ नहीं दे पाते। इसके अतिरिक्त यह प्रयोग बच्चों को अपने दैनिक जीवन के अनुभवों से काफी हटकर है। ठीक है, क्यों हटके है? क्योंकि हर एक बच्चे ने पहाड़ नहीं देखे होंगे, हर एक बच्चे ने पर्वत नहीं देखा होंगे। ते ਉਹ ਇਹ ਕਹਿੰਦੇ ਸੀਗੇ ਕਿ ਬੱਚੇ ਤੇ ਪ੍ਰਯੋਗ ਉਹਨਾਂ ਚੀਜ਼ਾਂ ਨੂੰ ਲੈ ਕੇ ਕਰੋ ਜਿਹੜੀਆਂ ਉਹ ਰੋਜ਼ ਵੇਖਦਾ ਹੈ, ਜਿਹੜੀਆਂ ਉਹਨਾਂ ਦਿਨਚਰਿਆ ਦੇ ਵਿੱਚ ਵਾਪਰਦੀਆਂ ਨੇ ਘਟਨਾਵਾਂ, ਉਹਨਾਂ ਨਾਲ ਘਟਨਾਵਾਂ ਨਾਲ ਇਹ ਪ੍ਰਯੋਗ ਕੀਤਾ ਜਾਵੇ। ਕਿਵੇਂ? शोधकर्ताओं का कहना है कि उनके दैनिक जीवन में कई उदाहरण है जो यह बताते हैं कि शालापूर्व बच्चे ये जानते हैं कि दूसरा व्यक्ति क्या सोच या महसूस कर रहा है। एक 4-5 वर्षीय बालिका का किसी शिशु से बातचीत करते हुए छोटे तथा सरल वाक्यों का प्रयोग करना और शिशु भाषा का प्रयोग करना इस तथ्य को स्पष्ट करता है कि वे जानते हैं कि शिशु लंबे और जटिल वाक्यों को नहीं समझ पाएंगे। हुण जिवें आपां गल कीती सी कि वड्डे ते छोटे बच्चे दी, जिहड़ा 5 ਜਾਂ 6 ਸਾਲ ਦਾ ਬੱਚਾ ਹੈਗਾ ਤੁਹਾਡੇ ਘਰੇ, ਉਹ ਛੋਟੇ ਬੱਚੇ ਨਾਲ ਜਦੋਂ ਗੱਲਾਂ ਕਰੂਗਾ, ਹੁਣ ਆਓ ਦਿਮਾਗ ਦੇ ਵਿੱਚ ਲਿਆਓ ਉਸ ਚੀਜ਼ ਨੂੰ, ਉਸ ਪਿਕਚਰ ਨੂੰ, ਕਿ ਉਹ ਕੀ ਗੱਲਾਂ ਕਰਦੇ ਨੇ। ਉਹ ਐਂ ਤਾਂ ਨਹੀਂ ਗੱਲਾਂ ਕਰਦੇ ਜਿਵੇਂ ਉਹਨੇ ਆਪਦੀ ਭਾਸ਼ਾ ਸਿੱਖ ਲਈ, ਕਿਉਂਕਿ 5 ਵਰਸ਼ ਦਾ ਜਿਹੜਾ ਬੱਚਾ ਹੈਗਾ ਉਹ ਵਾਕ ਬਣਾ ਕੇ ਆਪਦੀ ਗੱਲ ਕਰ ਸਕਦਾ ਤੁਹਾਡੇ ਨਾਲ। ਪਰ ਜਿਹੜਾ 3 ਸਾਲ ਦਾ ਬੱਚਾ ਹੈ ਉਹ ਅਜੇ ਵਾਕ ਬਣਾ ਕੇ ਗੱਲ ਨਹੀਂ ਕਰ ਪਾਉਂਦਾ। ਉਹਦਾ ਨਾਂ ਲੈ ਕੇ, ਠੀਕ ਹੈ, ਮਮਾ ਰੋਟੀ ਖਾਣੀ, ਉਹਦਾ ਐ ਹੁੰਦਾ, ਉਹਦੇ ਵਾਕ ਇਸ ਤਰ੍ਹਾਂ ਦੇ ਆ। ਠੀਕ ਹੈ, ਮਮਾ ਰੋਟੀ, ਉਹਦਾ ਮਤਲਬ ਕੀ ਸਮਝ ਲੈਂਦੇ ਅਸੀਂ? ਉਹਨੇ ਰੋਟੀ ਖਾਣੀ ਹੈ। ਠੀਕ ਹੈ, ਤੇ ਕੋਈ ਵੀ ਚੀਜ਼ ਉਹਨੇ ਖਾਣੀ ਹੈ ਉਹ ਮੰਗ ਸਕਦਾ ਸਿਰਫ 2 ਸ਼ਬਦਾਂ ਦੇ ਵਾਕ ਬਣਾ ਕੇ ਜਾਂ 3 ਸ਼ਬਦਾਂ ਦੇ ਵਾਕ ਬਣਾ ਕੇ। ਉਹਦੇ ਵਾਸਤੇ ਅਜੇ ਜਿਹੜੀਆਂ ਸਹਾਇਕ ਕਿਰਿਆਵਾਂ ਆਈਆਂ ਉਹ ਲਾਉਣ ਦੀ ਲੋੜ ਨਹੀਂ ਹੁੰਦੀ, ਉਹਨੂੰ ਵਾਕ ਦਾ ਪ੍ਰੋਪਰ ਕੰਟੈਕਟ ਜਿਹੜਾ ਸਮਝਣੀ ਹੁੰਦੀ ਕਿ ਉਹਦੀ ਬਣਤਰ ਕੀ ਹੈ। ਹੁਣ ਜਿਹੜਾ ਵੱਡਾ ਬੱਚਾ ਹੈ ਉਹ ਛੋਟੇ ਬੱਚੇ ਨਾਲ ਗੱਲ ਕਰਦਿਆਂ ਉਸੇ ਦੀ ਭਾਸ਼ਾ ਵਿੱਚ ਗੱਲ ਕਰੇਗਾ। ਤੋਤਲੀ ਭਾਸ਼ਾ 'ਚ ਬੋਲਦਾ, ਤੋਤਲੀ ਭਾਸ਼ਾ 'ਚ ਗੱਲ ਕਰੇਗਾ। ਜੇ ਇੱਕ ਸ਼ਬਦ ਜਾਂ 2 ਸ਼ਬਦ ਉਹਨੂੰ ਬੋਲਣੇ ਹੁੰਦੇ ਤਾਂ ਉਸ ਤਰ੍ਹਾਂ ਬੋਲੇਗਾ। ਤਾਂ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੋ ਗਿਆ, ਜਾਂ ਜਿਵੇਂ ਛੋਟਾ ਬੱਚਾ ਜਿਹੜੀ ਜਿਵੇਂ ਪਾਣੀ ਨੂੰ ਜੇ ਮਮ ਕਹਿੰਦਾ, ਤਾਂ ਵੱਡਾ ਬੱਚਾ ਵੀ ਉਹਨੂੰ ਪਾਣੀ ਦੇ ਬਜਾਏ ਪੁੱਛੂਗਾ ਕਿ ਮਮ ਪੀਣਾ? ਠੀਕ ਹੈ, ਮਮ ਲੈ ਕੇ ਆਵਾਂ ਤੇਰੇ ਵਾਸਤੇ? ਤਾਂ ਇਹ ਕੀ ਹੈ? ਇਹ ਹੈ ਕਿ ਅਸੀਂ ਇਹ ਸਮਝ ਗਏ ਕਿ ਉਹਨੂੰ ਅਜੇ ਪਾਣੀ ਨਹੀਂ ਪਤਾ, ਉਹਨੂੰ ਮਮ ਪਤਾ। ਠੀਕ ਹੈ, ਤਾਂ ਇੱਥੇ ਕੀ ਹੈ ਕਿ ਜਿਹੜੇ ਨਵੇਂ ਸ਼ੋਧਕਰਤਾ ਉਹ ਇਹ ਸਮਝਦੇ ਆ, ਉਹ ਇਹ ਮੰਨਦੇ ਆ ਕਿ ਬੱਚਿਆਂ ਦੇ ਵਿੱਚ ਇਹ ਕੈਪੇਬਿਲਿਟੀ ਹੁੰਦੀ ਹੈ, ਥੋੜੀ ਬਹੁਤੀ ਉਹਨਾਂ ਦੇ ਕੈਪੇਬਿਲਿਟੀ ਹੁੰਦੀ ਹੈ। ਜੇ ਉਹਨਾਂ ਨੂੰ ਸਹੀ ਤਰ੍ਹਾਂ ਦਾ ਪ੍ਰਯੋਗ ਕਰਵਾਇਆ ਜਾਵੇ, ਉਹਨਾਂ ਦਿਨਚਰਿਆ ਦੇ ਵਿੱਚ ਪ੍ਰਯੋਗ ਕਰਵਾਇਆ ਜਾਵੇ ਤਾਂ ਉਹ ਇਸ ਪ੍ਰਯੋਗ ਨੂੰ ਹੱਲ ਕਰ ਸਕਦੇ ਨੇ। यह भी पाया गया कि जब प्रयोगात्मक स्थिति का यथार्थ जीवन के अनुभवों से कुछ हद तक संबंध होता है, दूसरे के नजरिए से देखने की शालापूर्व बच्चों की योग्यता प्रमाणित होती है। हाल ही में हुए प्रयोगों में से एक शोधकर्ता ने शालापूर्व बच्चे को 2 पुलिस वालों और एक गुड़िया का मॉडल दिखाया। बच्चे को यह बताया गया कि गुड़िया ने, हुण ध्यान नाल सुन लियो, शोधकर्ता ने शालापूर्व बच्चों को 2 पुलिस वालों और एक गुड़िया का मॉडल दिखाया। बच्चों को यह बताया गया कि गुड़िया ने कुछ गलत काम किया है और उसे मॉडल में दिखाई दीवार के पीछे या कमरे में छिपना है। ठीक है, इस कार्य में भी पर्वत वाले प्रयोग की तरह शालापूर्व बच्चे को स्थिति की कल्पना दूसरे के परिप्रेक्ष्य से करनी थी। दूसरे की कल्पना द्वारा स्वयं को गुड़िया की जगह मानकर ऐसी जगह ढूंढनी है जहां पुलिस वाले उसे ना ढूंढ पाए। ਹੁਣ ਆ ਧਿਆਨ ਦਿਓ, ਜਿਹੜੀ ਪਿਕਚਰ ਬਣੀ ਹੋਈ ਹੈ ਤੁਹਾਡੇ ਕੋਲ, ਜੇ ਨੋਟਸ ਹੈਗੇ ਤਾਂ ਉਹਦੇ ਪਿਕਚਰ ਬਣੀ ਹੋਈ ਹੈ। ਇਧਰ ਦੇਖੋ ਪੁਲਿਸ ਵਾਲਾ ਹੈ। ਠੀਕ ਹੈ, ਪਹਿਲਾਂ ਤਾਂ ਆਪਾਂ ਸਮਝਦੇ ਹਾਂ ਕਿ ਇਹਦਾ ਮਤਲਬ ਕੀ ਹੈ। ਹੁਣ ਦੇਖੋ 4 ਖਾਨੇ ਬਣੇ ਹੋਏ, ਕ ਖ ਗ ਘ। ਠੀਕ ਹੈ,
ਇੱਥੇ ਇੱਕ ਬੰਨੇ 1 ਨੰਬਰ ਲਿਖਿਆ, ਦੂਜੇ ਬੰਨੇ ਬੱਚਾ ਲਿਖਿਆ ਹੈ। ਠੀਕ ਹੈ, ਜਿਹੜਾ 1 ਨੰਬਰ ਹੈ ਉਹ ਗੁੜੀਆ ਹੈ, ਜਿੱਧਰ ਬੱਚਾ ਲਿਖਿਆ ਉਹ ਬੱਚਾ ਜਿਹੜਾ ਆਪਣਾ ਸਬਜੈਕਟ ਹੈ ਜਿਹਦੇ ਤੇ ਆਪਾਂ ਪ੍ਰਯੋਗ ਕਰ ਰਹੇ ਹਾਂ। ਹੁਣ ਕੀ ਕਰਨਾ ਕਿ ਦੇਖੋ ਪੁਲਿਸ ਵਾਲਾ ਕਿੱਥੋਂ ਤੱਕ ਦੇਖ ਸਕਦਾ? ਪੁਲਿਸ ਵਾਲਾ ਖ ਖਾਨਾ ਵੀ ਦੇਖ ਸਕਦਾ, ਘ ਖਾਨਾ ਮਤਲਬ ਤੀਜਾ ਚੌਥਾ ਖਾਨਾ ਦੇਖ ਸਕਦਾ ਹੈ। ਕੀ ਨਹੀਂ ਦੇਖ ਸਕਦਾ? ਕ ਖਾਨਾ ਨਹੀਂ ਦੇਖ ਸਕਦਾ ਤੇ ਗ ਖਾਨਾ ਨਹੀਂ ਦੇਖ ਸਕਦਾ, ਕਿਉਂਕਿ ਇਹ ਵਿਚਾਲੇ ਆਪਾਂ ਦੀਵਾਰ ਮੰਨ ਲਈ, ਇਹ ਦੀਵਾਰ ਹੈ। ਠੀਕ ਹੈ ਜੀ। ਹੁਣ ਆ ਜਿਹੜਾ ਬੱਚਾ ਹੈ ਇਧਰਲੇ ਬੰਨੇ ਬੈਠਾ, ਉਹਨੂੰ ਇਹ ਦੱਸਿਆ ਗਿਆ ਕਿ ਆ 4 ਖਾਨੇ ਨੇ, ਇਹਨਾਂ 'ਚ ਦੱਸ ਵੀ ਜਿਹੜੀ ਗੁੜੀਆ ਹੈ ਉਹ ਕਿਹੜੇ ਪਾਸੇ ਜਾ ਕੇ ਲੁਕੇ ਤਾਂ ਕਿ ਉਹਨੂੰ ਪੁਲਿस वाले ना देख सकन। अपनी रोजमर्रा की जिंदगी में अधिक बच्चे प्राय ऐसे काम करते हैं जो उनके लिए वर्जित होते हैं। ठीक है, वर्जित मतलब ਜਿਹੜੇ ਉਹਨਾਂ ਨੂੰ नहीं करने चाहिए, और ऐसी स्थिति से निपटने के तरीके भी उनको आते हैं, अतः वे इस प्रयोग को करने में सफल रहे। ठीक है, क्यों सफल रहे? क्योंकि देखो आम तौर ਤੇ ਆਪਣੇ ਘਰਾਂ ਦੇ ਵਿੱਚ ਵੀ ਬੱਚੇ ਜਿਹੜੇ ਹੈਗੇ ਮੰਨ ਲਓ ਕੋਈ ਚੀਜ਼ ਤੋੜ ਦਿੱਤੀ ਤਾਂ ਉਹਨਾਂ ਨੂੰ ਪਤਾ ਹੈ ਕਿ ਹੁਣ ਚੀਜ਼ ਟੁੱਟ ਗਈ ਤਾਂ ਹੁਣ ਇਹਦਾ परिणाम ਕੀ ਨਿਕਲੇਗਾ। ਉਹਨੂੰ ਜਾਂ ਤਾਂ ਭੱਜ ਕੇ ਜਾਂ ਆਪਦੀ ਦਾਦੀ ਕੋਲੇ ਜਾ ਕੇ ਜਾਂ ਕਿਤੇ ਨਾ ਕਿਤੇ ਹੋਰ ਲੁਕ ਕੇ ਆਪਦੀ ਜਾਨ ਬਚਾਉਣੀ ਪਊਗੀ, ਆਪਣੇ ਆਪ ਨੂੰ ਬਚਾਉਣਾ ਪਏਗਾ। ਠੀਕ ਹੈ, ਤਾਂ ਉਸੇ ਤਰ੍ਹਾਂ ਹੁਣ ਉਹਨੂੰ ਇਹ ਸਮਝ ਆ ਗਈ ਕਿ ਗੁੜੀਆ ਦੇ ਪਿੱਛੇ ਪੁਲਿਸ ਵਾਲੇ ਪਏ ਹੋਏ ਨੇ, ਤਾਂ ਉਹ ਕਿੱਥੇ ਜਾ ਕੇ ਲੁਕੇ ਤਾਂ ਕਿ ਉਹਨੂੰ ਦੇਖ ਨਾ ਸਕੇ, ਕਿਉਂਕਿ ਉਹਨੂੰ ਪਤਾ ਕਿ ਜਦੋਂ ਮੈਂ ਲੁਕਦਾ ਜਾਂ ਮੈਂ ਜਾ ਕੇ ਲੁਕਦਾ ਤਾਂ ਮੈਂ ਐਸੀ ਜਗ੍ਹਾ ਲੱਭਦਾ ਜਿੱਥੇ मेरी माता या पिता ਮੈਨੂੰ ना देख सके। ऐसा नहीं है कि प्याजे के बाद हुए सभी शोधों ने प्याजे के इस सिद्धांत को कि शालापुर बच्चे अहम केंद्रित होते हैं गलत बताया है। ठीक है, ਹੁਣ ਇਹਨਾਂ ਪ੍ਰਯੋਗਾਂ ਦਾ ਮਤਲਬ ਇਹ ਨਹੀਂ ਸੀ ਕਿ ਪਿਆਜੇ ਨੂੰ ਅਸੀਂ ਗਲਤ ਸਾਬਤ ਕਰਨਾ, ਸਿਰਫ ਇੱਥੇ ਇਹ ਸੀ ਕਿ ਜੇ ਬੱਚਿਆਂ ਨੂੰ ਹਾਲਾਤ ਜਾਂ ਪ੍ਰਯੋਗ ਇਸ ਤਰ੍ਹਾਂ ਦੇ ਕਰਵਾਏ ਜਾਣ ਜਿਹੜੀ ਉਹਨਾਂ ਦੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚੋਂ ਹੋਣ ਤਾਂ ਉਹਨਾਂ ਨੂੰ ਉਹ ਥੋੜੀ ਜਿਹੀ ਆਸਾਨੀ ਨਾਲ ਕਰ ਸਕਦੇ ਨੇ। अन्य शोधों ने यह दर्शाया कि शालापुर बच्चे अपने नजरिए से देखने और समझने में सीमित होते हैं। ठीक है, उन्होंने ਜਿਹੜੀ ਪਾਵਰ ਹੈ, ਉਹਦੀ ਸ਼ਕਤੀ ਜਿਹੜੀ ਹੈਗੀ ਉਹ ਸੀਮਤ ਹੁੰਦੀ ਹੈ। ਠੀਕ ਹੈ, ਉਹਨਾਂ ਨੇ ਇੱਕ ਲੈਵਲ ਤੱਕ ਦੀ ਹੁੰਦੀ ਹੈ ਕਿ ਜਿੰਨਾ ਕੋ ਸੋਚ ਸਕਦੇ ਨੇ ਉਸ ਲੈਵਲ ਤੱਕ ਦੀ ਹੁੰਦੀ ਹੈ। ਜੇ ਉਹਨਾਂ ਦੇ ਸਾਹਮਣੇ ਆਪਾਂ ਬਹੁਤ ਵੱਡੇ ਪ੍ਰਯੋਗ ਰੱਖ ਦਿਆਂਗੇ ਤਾਂ ਉਹਨੂੰ ਕਰਨ ਦੇ ਵਿੱਚ अपने आप ਨੂੰ सक्षम महसूस नहीं करनेंगे, उन्होंने काबिल महसूस नहीं करने। जब उनसे एक चित्र को अपने सामने खड़े शोधकर्ता को दिखाने को कहा गया तो शालापुर बच्चे ने उस चित्र को इस प्रकार पकड़ा जिससे वह उस चित्र को देख सकें, ना कि शोधकर्ता। जब उनसे अपने नाखून दिखाने को कहा गया तो उन्होंने अपने दोनों हाथों को सीधा कर उठाकर हथेली वाले भाग को शोधकर्ता की तरफ किया और बाहर नाखून वाले भाग को अपनी ओर करके नाखून दिखाए। निर्णायक विश्लेषण में हम कह सकते हैं कि शालापुर वर्षों में दूसरों के नजरिए से देख पाने या ना देख पाने की योग्यता स्थिति पर निर्भर करती है। इसमें व्यक्तिगत भिन्नताएं भी होती हैं। ऐसा भी नहीं है कि शालापुर बच्चे पूर्णतः आम केंद्रित होते हैं, वे दूसरे के नजरिए से बात समझते हैं, परंतु बड़े बच्चों की अपेक्षा अपने नजरिए से ज्यादा बंधे हुए होते हैं। ਆਮ ਤੌਰ ਤੇ ਆਪਾਂ ਕਈ ਵਾਰੀ ਦੇਖਦੇ ਆ ਨਾ, ਜਿਵੇਂ ਉਹਨੇ ਨਾਖੂਨ ਵਾਲੀ ਗੱਲ ਕੀਤੀ ਕਿ ਬੱਚੇ ਆਪਣੇ ਨਾਖੂਨ ਦਿਖਾਓ, ਤਾਂ ਕੀ ਹੁੰਦਾ ਕਿ ਕਈ ਵਾਰੀ ਬੱਚੇ ਕੀ ਕਰਦੇ ਆਪਣੇ ਹੱਥ ਸਿੱਧੇ ਰੱਖਦੇ ਆ, ਉਹ ਉਂਗਲਾਂ ਨੇ ਨਾਖੂਨ ਆਪਦੇ ਵੱਲ ਨੂੰ ਕਰ ਦਿੰਦੇ ਆ। ਉਹਦਾ ਮਤਲਬ ਕੀ ਹੁੰਦਾ ਕਿ ਉਹ ਦੇਖ ਰਹੇ, ਉਹਨਾਂ ਨੂੰ ਦੇਖ ਰਿਹਾ ਹੁੰਦਾ ਕਿ ਜਦੋਂ ਮੈਂ ਆਪਦੇ ਜਿਹੜੇ ਨਹੁੰ ਹੈਗੇ ਨੇਲ ਹੈਗੇ ਆ ਉਹ ਵਧੇ ਹੋਏ ਦੇਖਣੇ ਤੇ ਮੈਂ ਕਿਵੇਂ ਦੇਖਣੇ ਆ। ਉਹ ਹੱਥ ਸਿੱਧੇ ਕਰਕੇ ਥੋੜਾ ਦੇਖਣਗੇ, ਜਾਂ ਆਪਾਂ ਵੀ ਆਮ ਦੇ ਨਹੁੰ ਦੇਖਣੇ ਹੁੰਦੇ ਆਪਣੇ ਵੱਲ ਨੂੰ ਉਂਗਲਾਂ ਕਰਕੇ ਇਹਨਾਂ ਨੂੰ ਦੇਖਦੇ ਆ ਕਿ ਹਾਂ ਮੇਰੇ ਨਹੁੰ ਵਧੇ ਤਾਂ ਨਹੀਂ ਹੋਏ। ਤਾਂ ਇਸੇ ਤਰ੍ਹਾਂ ਬੱਚੇ ਦੇ ਦਿਮਾਗ 'ਚ ਕੀ ਚੀਜ਼ ਬੈਠੀ ਹੋਈ ਹੈ ਕਿ ਨਹੁੰ ਵੇਖਣੇ ਆ ਤਾਂ ਐਂ ਵੇਖਣੇ ਆ। ਠੀਕ ਹੈ, ਉਹਦਾ ਨਜ਼ਰੀਆ ਕੀ ਹੈਗਾ ਕਿ ਨਹੁੰ ਵੇਖਣ ਦਾ ਮਤਲਬ, ਨੇਲ ਵੇਖਣ ਦਾ ਮਤਲਬ ਕੀ ਹੈਗਾ, ਉਂਗਲਾਂ ਆਪਦੇ ਵੱਲ ਨੂੰ ਕਰਕੇ ਆਪਦੇ ਨੇਲ ਦੇਖ ਲਓ, ਦਿਖਾਉਣ ਵਾਸਤੇ ਨਹੀਂ, ਵੇਖਣ ਵਾਸਤੇ ਵੀ ਨਹੁੰ ਕਿਵੇਂ ਵੇਖੇ ਜਾਂਦੇ ਆ। ਤਾਂ ਇਹ ਇੱਕ ਨਜ਼ਰੀਆ ਹੈ ਕਿ ਬੱਚੇ ਦਾ ਦਿਮਾਗ ਕਿੰਨਾ ਕੁ ਵਿਕਸਿਤ ਹੋਇਆ ਹੁੰਦਾ, ਉਹਦੀ ਜਿਹੜੀ ਕਲਪਨਾ ਸ਼ਕਤੀ ਜਿਹੜੀ ਹੈਗੀ, ਇਮੈਜੀਨੇਸ਼ਨ ਪਾਵਰ ਹੈਗੀ ਆ, ਉਹ ਕਿੰਨੀ ਕੁ ਵਿਕਸਿਤ ਹੈਗੀ ਆ। ਠੀਕ ਹੈ, ਤੇ ਇਹ ਲੈਵਲ ਅਨੁਸਾਰ, ਏਜ ਗਰੁੱਪ ਅਨੁਸਾਰ ਵੱਧਦੀ ਜਾਂਦੀ ਆ। ਇਹ ਨਹੀਂ ਕਹਿ ਸਕਦੇ ਕਿ ਦੂਸਰੇ ਨਜ਼ਰੀਏ ਤੋਂ ਬੱਚਾ ਸੋਚ ਨਹੀਂ ਸਕਦਾ, ਸਮਝ ਨਹੀਂ ਸਕਦਾ, ਪਰ ਉਹਦੀ ਪਾਵਰ ਲਿਮਟਿਡ ਹੁੰਦੀ ਆ, ਉਹ ਬੰਦੇ ਹੁੰਦੇ ਆ ਆਪਣੇ ਨਜ਼ਰੀਏ ਦੇ ਨਾਲ। ਠੀਕ ਹੈ ਜੀ, ਧਿਆਨ 'ਚ ਕੀ ਰੱਖਣਾ, ਅਸੀਂ 3 ਤੋਂ 6 ਸਾਲ ਦੇ ਗਰੁੱਪ ਤੇ ਪ੍ਰਯੋਗ ਕੀਤਾ ਗਿਆ। ਠੀਕ ਹੈ, ਪ੍ਰਯੋਗ ਕਰਨ ਵਾਸਤੇ ਜਿਹੜੇ ਬੱਚੇ ਪਿਆਜੇ ਨੇ ਲਏ ਉਹ ਕਿਹੜੇ ਸਾਲ ਦੇ ਲਏ? 4 ਤੋਂ ਲੈ ਕੇ 11 ਸਾਲ ਦੇ ਬੱਚੇ ਲਏ। ਔਰ ਉਹਨਾਂ ਤੇ ਪ੍ਰਯੋਗ ਕਰਨ ਵਾਸਤੇ ਉਹਨੇ ਕੀ ਕੀਤਾ, 3 ਡਾਇਮੈਂਸ਼ਨਲ ਪ੍ਰਯੋਗ ਜਿਹੜਾ ਲਿਆ, ਆਪਣਾ ਮਾਡਲ ਬਣਾਇਆ, ਉਹਦੇ ਨਾਲ ਪ੍ਰਯੋਗ ਕੀਤਾ। ਇੱਕ ਬੰਨੇ ਬੱਚੇ ਨੂੰ ਬਿਠਾਇਆ, ਦੂਜੇ ਬੰਨੇ ਗੁੜੀਆਂ ਨੂੰ ਬਿਠਾਇਆ। ਕਿੰਨੇ ਚਿੱਤਰ ਸਾਹਮਣੇ ਪੇਸ਼ ਕੀਤੇ? 10 ਚਿੱਤਰ ਪੇਸ਼ ਕੀਤੇ। ਉਹਨਾਂ ਵਿੱਚ ਜਿਹੜੇ ਸ਼ਾਲਾਪੁਰ ਬੱਚੇ ਹੈਗੇ ਆ ਉਹ
ਕੀ ਕਰਦੇ ਆ ਕਿ ਉਹਨਾਂ ਦੇ ਵਿੱਚੋਂ ਕੋਈ ਵੀ ਜਿਹੜੇ ਸਭ ਤੋਂ ਛੋਟੇ ਬੱਚੇ ਹੈਗੇ ਆ ਉਹ ਕੋਈ ਵੀ ਚਿੱਤਰ ਉਠਾ ਕੇ ਦੇ ਦਿੰਦੇ ਆ। ਜਿਹੜੇ 5 ਤੋਂ 6 ਸਾਲ ਦੇ ਬੱਚੇ ਹੈਗੇ ਆ ਉਹ ਕੀ ਕਰਦੇ ਆ ਕਿ ਉਹ ਚਿੱਤਰ ਉਠਾ ਕੇ ਦਿੰਦੇ ਆ ਜਿਹੜੇ ਉਹਨਾਂ ਨੂੰ ਦਿਖਾਈ ਦੇ ਰਿਹਾ। ਠੀਕ ਹੈ ਜੀ। ਤੇ ਜਿਹੜੇ ਇੱਥੇ ਪਿਆਜੇ ਕੀ ਕਹਿੰਦਾ ਜਿਹੜੇ 6 ਤੋਂ ਲੈ ਕੇ 7 ਸਾਲ ਦੇ ਬੱਚੇ ਉਹਨਾਂ ਦੇ ਵਿੱਚ ਅਹਮ ਕੇਂਦਰਿਤਾ ਉਹ ਘਟ ਜਾਂਦੀ ਆ, ਉਹ ਦੂਸਰੇ ਨਜ਼ਰੀਏ ਤੋਂ ਦੇਖਣਾ ਜ਼ਿਆਦਾ ਸੁਟੇਬਲ ਸ਼ੁਰੂ ਕਰ ਦਿੰਦੇ ਆ। ਉਸ ਤੋਂ ਬਾਅਦ ਜਿਹੜੇ ਸ਼ੋਧ ਹੋਏ ਉਹਦੇ ਚ ਆਪਾਂ ਜਿਹੜੀ ਪੁਲਿਸ ਵਾਲੀ ਤੇ ਚੋਰ ਗੁੜੀਆ ਵਾਲੀ ਕਹਾਣੀ ਬਣਾ ਦੇਣੀ ਆ, ਉਹਦਾ ਚਿੱਤਰ ਬਣਾਉਣਾ ਹੈ। ਪਰ ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਰਹੇ ਕਿ ਪਿਆਜੇ ਗਲਤ ਸੀਗਾ, ਪਰ ਇੱਥੇ ਅਸੀਂ ਇਹ ਕਹਿ ਰਹੇ ਹਾਂ ਕਿ ਜੇ ਹਾਲਾਤ ਸਹੀ ਹੋਣ, ਜੇ ਬੱਚੇ ਨੂੰ ਅਸੀਂ ਇਹੋ ਜਿਹੇ ਮਾਹੌਲ ਦੇ ਵਿੱਚ ਬਿਠਾਈਏ, ਇਹੋ ਜਿਹੇ ਉਹਨੂੰ ਕਿਰਿਆਵਾਂ ਕਰਵਾਈਆਂ ਜਾਣ ਬੱਚੇ ਦੀਆਂ ਜਿਨ੍ਹਾਂ ਨੂੰ ਉਹ ਰੋਜ਼ ਦੇਖਦਾ ਹੈ, ਤਾਂ ਉਹ ਉਹਦਾ ਨਜ਼ਰੀਆ ਥੋੜਾ ਜਿਹਾ ਹੋਰ ਵਿਕਸਿਤ ਹੋ ਸਕਦਾ ਜਾਂ ਹੋਰ ਵਧੀਆ ਰਿਜ਼ਲਟ ਦੇ ਸਕਦਾ ਬੱਚਾ। ਤਾਂ ਇਹ ਸੀ ਆਪਣਾ ਟੌਪਿਕ ਈਗੋਸੈਂਟਰਿਜ਼ਮ। ਜੇ ਨਹੀਂ ਕੋਈ ਚੀਜ਼ ਸਮਝ ਲੱਗੀ ਹੋਗੀ ਤੁਸੀਂ ਦੁਬਾਰਾ ਪੁੱਛ ਸਕਦੇ ਹੋ। उस तो अगला प्रश्न है 8वां, शालापुर बच्चों में संरक्षण की योग्यता को उदाहरण देकर समझाइए। संरक्षण की है कंजर्वेशन। ठीक है, कंजर्वेशन ਦਾ ਕਨਸੈਪਟ ਕਲੀਅਰ ਕਰਨਾ ਆਪਾਂ ਕਿ ਬੱਚਿਆਂ ਦੇ ਵਿੱਚ ਕੰਜ਼ਰਵੇਸ਼ਨ ਦੀ ਜਿਹੜੀ ਕੈਪੇਬਿਲਿਟੀ ਹੈ ਉਹ ਹੁੰਦੀ ਹੈ ਕਿ ਨਹੀਂ ਹੁੰਦੀ। ਪਹਿਲਾਂ ਤਾਂ ਆਪਾਂ ਕੰਜ਼ਰਵੇਸ਼ਨ ਆਪ ਸਮਝੀਏ ਕਿ ਹੁੰਦੀ ਕੀ ਹੈ। ਕੰਜ਼ਰਵੇਸ਼ਨ ਦਾ ਮਤਲਬ ਕੀ ਹੈ ਕਿ ਮਾਤਰਾ ਨੂੰ ਸਮਝਣਾ। ਠੀਕ ਹੈ, ਕੰਜ਼ਰਵੇਸ਼ਨ ਜਿਹੜੀ ਹੈ ਉਹਨੂੰ ਆਪਾਂ ਲੈਣਾ ਹੈ ਮਾਤਰਾ ਨੂੰ ਸਮਝਣ ਦੇ ਆਧਾਰ ਤੇ। ਮਾਤਰਾ ਦਾ ਮਤਲਬ ਕੀ ਹੈ ਇੱਥੇ ਕਿ ਜਿਵੇਂ ਆਪਾਂ ਨੂੰ ਸਮਝ ਹੈ ਕਿ ਇੱਕ ਜੱਗ ਦੇ ਵਿੱਚ ਪਾਣੀ ਪਾਇਆ ਹੋਇਆ ਹੈ ਔਰ ਇੱਕ ਸਾਡੇ ਕੋਲੇ ਜਿਹਨੂੰ ਬਾਉਲ ਕਹਿ ਦਿੰਦੇ ਆ, ਡੂੰਘਾ ਕਹਿ ਦਿੰਦੇ ਆ, ਜਾਂ ਵੱਡਾ ਕੋਈ ਬਰਤਨ ਲੈ ਲਿਆ ਜਿਹੜਾ ਚੌੜਾ ਹੈ। ਉਹ ਜੱਗ ਦਾ ਪਾਣੀ ਜਦੋਂ ਮੈਂ ਉਸ ਬਰਤਨ ਦੇ ਵਿੱਚ ਪਾਉਂਦਾ ਹਾਂ ਤਾਂ ਮੈਨੂੰ ਸਮਝ ਹੈਗੀ ਆ, ਆਪਾਂ ਨੂੰ ਸਮਝ ਹੈਗੀ ਆ ਕਿ ਜੱਗ ਵਾਲਾ ਪਾਣੀ ਤੇ ਉਸ ਬਾਉਲ ਵਾਲਾ ਪਾਣੀ ਦੋਨੋਂ ਬਰਾਬਰ ਨੇ। ਠੀਕ ਹੈ, ਭਾਵੇਂ ਜੱਗ ਦਾ ਆਕਾਰ ਹੋਰ ਸੀਗਾ, ਬਾਉਲ ਦਾ ਆਕਾਰ ਹੋਰ ਤਰ੍ਹਾਂ ਦਾ ਹੈ, ਪਰ ਉਹਨਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਸੇਮ ਹੀ ਹੈ, ਉਹਦੀ ਮਾਤਰਾ ਸੇਮ ਹੀ ਹੈ। ਪਰ ਜਿਹੜੇ ਛੋਟੇ ਬੱਚੇ ਨੇ ਨਾ, ਜਿਹੜੇ ਛੋਟੇ ਬੱਚੇ ਨੇ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ 3 ਤੋਂ ਲੈ ਕੇ 6 ਸਾਲ ਦੀ, ਉਹਨਾਂ ਦੇ ਵਿੱਚ ਕੰਜ਼ਰਵੇਸ਼ਨ ਦੀ ਜਿਹੜੀ ਕਨਸੈਪਟ ਹੈ ਇਹ ਉਹਨਾਂ ਦੇ ਵਿੱਚ ਅਜੇ ਕਲੀਅਰ ਨਹੀਂ ਹੁੰਦਾ। ਉਹਨਾਂ ਦੇ ਵਿੱਚ ਇਹ ਮਾਤਰਾ ਨੂੰ ਲੈ ਕੇ ਜਿਹੜੇ ਕਨਸੈਪਟ ਹੈ ਉਹ ਅਜੇ ਡਿਵੈਲਪ ਨਹੀਂ ਹੋਇਆ ਹੁੰਦਾ। ਉਹ ਕੀ ਕਰਦੇ ਨੇ, ਉਹ ਕੀ ਸੋਚਦੇ ਨੇ, ਉਹ ਇਹ ਸੋਚਦੇ ਨੇ ਮੰਨ ਲਓ ਇੱਕ ਪਤਲਾ ਗਿਲਾਸ ਹੈ, ਇੱਕ ਉਹੀ ਦੁਬਾਰਾ ਆਪਾਂ ਫਿਰ ਉਵੇਂ ਗੱਲ ਕਰਦੇ, ਇੱਕ ਪਤਲੇ ਗਿਲਾਸ ਦੇ ਵਿੱਚ ਪਾਣੀ ਪਾ ਲਿਆ ਔਰ ਉਨੀ ਹੀ ਮਾਤਰਾ ਦਾ ਇੱਕ ਬਾਉਲ ਲੈ ਲਿਆ। ਹੁਣ ਮੈਂ ਉਹ ਗਿਲਾਸ ਵਾਲਾ ਪਾਣੀ ਜਦੋਂ ਮੈਂ ਬਾਉਲ ਦੇ ਵਿੱਚ ਪਾਉਂਗਾ ਤਾਂ ਬੱਚੇ ਆਮ ਤੌਰ ਤੇ ਕੀ ਸੋਚਦੇ ਨੇ ਕਿ ਜਿਹੜਾ ਬਾਉਲ ਹੈ ਉਹ ਚੌੜਾ ਹੈ, ਉਹ ਵੱਡਾ ਹੈ, ਤਾਂ ਹੁਣ ਇਹਦੇ ਚ ਪਾਣੀ ਜ਼ਿਆਦਾ ਹੈ, ਇਹਦੇ ਚ ਪਾਣੀ ਜ਼ਿਆਦਾ ਹੈ ਬਜਾਏ ਗਿਲਾਸ ਦੇ। ਠੀਕ ਹੈ, ਕਿਉਂਕਿ ਗਿਲਾਸ ਪਤਲਾ ਹੈ, ਉਹਦਾ ਆਕਾਰ ਉਹ ਛੋਟਾ ਮੰਨ ਲੈਂਦੇ ਨੇ, ਬਾਉਲ ਨੂੰ ਵੱਡਾ ਮੰਨ ਲੈਂਦੇ ਨੇ, ਤਾਂ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਆ ਜਾਂਦੀ ਕਿ ਬਾਉਲ ਵਾਲਾ ਪਾਣੀ ਜ਼ਿਆਦਾ ਹੈ। ਪਰ ਹੁੰਦਾ ਕੀ ਹੈ, ਮਾਤਰਾ ਸੇਮ ਹੁੰਦੀ ਹੈ। ਸਿਰਫ ਕਨਸੈਪਟ ਕੀ ਹੈਗਾ ਬੱਚਿਆਂ ਦੇ ਦਿਮਾਗ ਦੇ ਵਿੱਚ ਕਿ ਜਿਹੜੀ ਛੋਟੀ ਚੀਜ਼ ਉਹਨਾਂ ਨੂੰ ਦਿਖਾਈ ਦਿੰਦੀ ਹੈ ਕਿ ਉਹਦੇ 'ਚ ਮਾਤਰਾ ਘੱਟ ਹੈ, ਵੱਡੀ ਦੇ ਵਿੱਚ ਮਾਤਰਾ ਜ਼ਿਆਦਾ ਆ ਗਈ। ਇੱਕ ਹੋਰ ਉਦਾਹਰਨ ਦੇ ਤੌਰ ਤੇ ਕਿ ਆਪਾਂ ਇੱਕ ਤਾਰ ਹੈ, ਇੱਕ ਸਰਕਲ ਦੇ ਵਿੱਚ ਤਾਰ ਹੈ, ਲੋਹੇ ਦੀ ਤਾਰ ਦਾ ਆਪਾਂ ਸਰਕਲ ਬਣਾ ਲਿਆ। ਠੀਕ ਹੈ, ਹੁਣ ਉਹ ਸਰਕਲ ਜਿਹੜਾ ਹੈ ਉਹਨੂੰ ਬੱਚੇ ਨੂੰ ਜੋ ਦਿਖਾਇਆ ਗਿਆ ਉਹਦਾ ਆਕਾਰ ਉਹਨੂੰ ਛੋਟਾ ਲੱਗੇਗਾ ਕਿਉਂਕਿ ਸਰਕਲ ਹੈ ਇੱਕ। ਹੁਣ ਦੁਬਾਰਾ ਕੀ ਕੀਤਾ ਕਿ ਉਸ ਸਰਕਲ ਨੂੰ ਖੋਲ ਕੇ ਉਸ ਤਾਰ ਨੂੰ ਸਿੱਧਾ ਕਰ ਦਿੱਤਾ ਗਿਆ, ਲੰਬਾ ਕਰ ਦਿੱਤਾ ਗਿਆ। ਤਾਂ ਹੁਣ ਜਦੋਂ ਬੱਚੇ ਨੂੰ ਅਸੀਂ ਉਹ ਤਾਰ ਦਿਖਾਵਾਂਗੇ ਤੇ ਬੱਚਾ ਕਹੂਗਾ ਕਿ ਸਰਕਲ ਦੇ ਨਾਲੋਂ ਵੱਡੀ ਹੈ, ਹਾਲਾਂਕਿ ਮਾਤਰਾ ਤਾਂ ਉਨੀ ਹੈ, ਚੀਜ਼ ਤਾਂ ਉਨੀ ਹੈ। ਸਿਰਫ ਕੀ ਹੈ ਕਿ ਬੱਚੇ ਇਹਨੂੰ ਐ ਨਹੀਂ ਸੋਚ ਪਾਉਂਦੇ ਕਿ ਉਸੇ ਚੀਜ਼ ਨੂੰ ਢਾਲ ਕੇ ਦੂਜੀ ਚੀਜ਼ ਬਣਾ ਲਈ ਗਈ ਹੈ। ਬੱਚਿਆਂ ਦੇ ਦਿਮਾਗ 'ਚ ਇਹ ਕਨਸੈਪਟ ਨਹੀਂ ਕਲੀਅਰ ਹੋਇਆ ਹੁੰਦਾ ਕਿ ਉਸੇ ਚੀਜ਼ ਨੂੰ ਢਾਲ ਕੇ ਮੈਂ ਹੋਰ ਚੀਜ਼ ਬਣਾ ਲਈ ਹੈ, ਇਸ ਕਰਕੇ ਉਹਦਾ ਆਕਾਰ ਬਦਲ ਗਿਆ ਪਰ ਚੀਜ਼ ਜਾਂ ਮਾਤਰਾ ਉਨੀ ਹੀ ਹੈ। ਠੀਕ ਹੈ, ਇੱਕ ਹੋਰ ਉਦਾਹਰਨ ਸੋਚਦੇ ਹਾਂ ਕਿ ਇੱਕ ਆਪਾਂ ਮਿੱਟੀ ਦਾ ਢੇਲਾ ਲੈ ਕੇ ਗੋਲ ਗੇਂਦ ਬਣਾ ਲੈਂਦੇ ਹਾਂ। ਠੀਕ ਹੈ, ਹੁਣ ਉਹ ਗੇਂਦ ਵਿਖਾਈ ਗਈ ਬੱਚਿਆਂ ਨੂੰ, ਉਹਨੂੰ ਹੀ ਢਾਲ ਕੇ ਅਸੀਂ ਉਹਦੇ ਤੋਂ ਕੋਈ ਚੌਰਸ ਚੀਜ਼ ਬਣਾ ਲੈਂਦੇ ਹਾਂ ਜਿਹਦੀ ਸ਼ੇਪ ਉਹਨੂੰ ਜ਼ਿਆਦਾ ਲੱਗੇ। ਤੇ ਹੁਣ ਜਦੋਂ ਬੱਚੇ ਨੂੰ ਪੁੱਛਾਂਗੇ ਹੁਣ ਵੀ ਬੱਚਾ ਇਹ ਕਹੇਗਾ ਕਿ ਗੋਲਾ ਛੋਟਾ ਸੀਗਾ, ਇਹ ਜਿਹੜੀ ਚੀਜ਼ ਹੈ ਇਹ ਵੱਡੀ ਹੈ। ਮਿੱਟੀ ਤਾਂ ਉਨੀ ਲੱਗੀ ਪਰ ਉਹਨਾਂ ਵਾਸਤੇ ਜਿਹੜੀ ਸਾਹਮਣੇ ਚੀਜ਼ ਦਿਖਾਈ ਦਿੰਦੀ ਹੈ ਵੱਡੀ ਛੋਟੀ, ਉਹਨਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਬੈਠੀ ਹੁੰਦੀ, ਉਹ ਕੰਜ਼ਰਵੇਸ਼ਨ ਨਹੀਂ ਕਰ ਪਾਉਂਦੇ।
ठीक है। एक चीज होर कि वो रिवर्सिबिलिटी भी नहीं होंगी उन्होंने विच, ये शब्द याद रखना, रिवर्सिबिलिटी मतलब पिछे नूं जाना उन्होंने दिमाग च चीज क्लीयर नहीं हुई होंगी। उदाहरण के तौर पर सिंपल उदाहरण लेने आ कि बच्चे 1 2 3 4 5 तो पढ़ लेंगे, या ABCDE EFG ये तो पढ़ लेंगे, पर अजे उन्होंने बैक काउंटिंग या रिवर्स काउंटिंग का कंसैप्ट उन्होंने अजे चंगी तरह नहीं समझाया होंदा। वो 5 4 3 2 1 बोलन दे विच औख महसूस करते हैं, वो उन्होंने कंसैप्ट दिमाग दे विच नहीं होंदा। रिवर्सिबिलिटी नहीं होंदी। हुण रिवर्सिबिलिटी इत्थे की है, इत्थे रिवर्सिबिलिटी ये आ कि जे मैं तार जिहड़ी हैगी आ जे फिर इहदा गोला बनाने तार तो उन्नी रहेगी, तो मैं सेम क्यों नहीं कहता पिया, ठीक है, क्योंकि उन्होंने दिमाग च रिवर्सिबिलिटी नहीं की, ठीक है। वो बाउल वाला पानी ये नहीं सोच पाते कि बाउल वाला पानी मैं जो फिर गिलास दे पा रहा तो गिलास दे भी पानी उन्ना ही रहूगा, ठीक है, गिलास वाला पानी है भी वो हुणे इन्हां दिमाग च की सोच बन गई कि जिहड़ा बाउल वाला पानी है वो गिलास दे पाऊंगा डुल जूगा, क्योंकि बाउल वाला पानी ज्यादा लगता पिया उन्होंने। जिहड़ा मिट्टी तो असीं बनाया कि मिट्टी तो जो चौरस चीज बनाई जिन्होंने फिर ढाल के मैं गोला बना तो उड्डा ही बनूगा। रिवर्सिबिलिटी बच्चों के विच इस एज ग्रुप के विच नहीं हुंदी, कंजरवेशन इस उम्र के विच बच्चों के विच घट हुंदी है। हुण अपन पढ़ते हैं। शालापुर बच्चों में एक अन्य संज्ञानात्मक योग्यता, संज्ञानात्मक योग्यता की होंदी है कॉग्निटिव कैपेबिलिटी। संरक्षण की योग्यता के बारे में पियाजे ने बहुत ही रोचक प्रयोग किए हैं। उन्होंने पाया कि संरक्षण कर पाने की योग्यता उम्र के साथ साथ विकसित होती है। संरक्षण से अभिप्राय है यह समझना कि किसी वस्तु की मात्रा वही रहती है चाहे उसका आकार बदल दिया जाए। समझ लग गई गल दी? सारियां उदाहरणां तुहानूं दसतीआं, हुण उस चीज नूं ध्यान नाल आपदे दिमाग 'च ही बिठाओ कि बच्चे की नहीं सोच पाउंदे कि भावें उन्हां चीज़ां दा आकार बदल दिता जांदा पर उहदी मात्रा सेम रहिंदी है। बच्चों के दिमाग दे विच इह चीज़ नहीं हुंदी। उसे एक बर्तन से दूसरे बर्तन में डाला जाए जब तक कि उस वस्तु में कुछ मात्रा और जोड़ी या घटाई ना जाए। ठीक है, मतलब कि जिन्ना एक गिलास च पानी सीगा ਉਹੀ दूजे च पाया, ਉਹਦੇ ਚ ਆਪਾਂ ਹੋਰ ना ਤਾਂ ਕੱਢਿਆ ਤੇ ना ही ਉਹਦੇ ਚ ਹੋਰ पानी पाया। पियाजे के प्रयोग, पदार्थों के संरक्षण पर किए पियाजे के प्रयोगों में से एक उत्कृष्ट इस प्रकार है कि पियाजे ने कुछ बच्चों को मिट्टी का एक ढेला दिया और उनसे बिल्कुल वैसा ही दूसरा ढेला बनाने को कहा। फिर उन्होंने बच्चों से पूछा कि दोनों ढेलों की मिट्टी क्या बराबर है, तो सभी बच्चे सहमत थे कि मिट्टी की मात्रा दोनों में एक जितनी है। फिर उन्होंने बच्चों के सामने ही मिट्टी के एक ढेलों को पिचकाकर सीधा कर दिया। अब जब उन्होंने बच्चों से पिचके हुए ढेलों की तरफ इशारा करके पूछा क्या अब भी इसमें मिट्टी की मात्रा उतनी है जितनी कि उस ढेले में है, या किसमें कम मिट्टी और किसमें ज्यादा है? पियाजे के अनुसार शालापुर बच्चे प्रयोग करते समय सोचते हैं कि जब मिट्टी के दोनों टुकड़ों में से एक का आकार बदल दिया जाता है तो उसमें मिट्टी की मात्रा भी परिवर्तित हो जाती है। ठीक है ना? ਜਦੋਂ तो सामने गोले ਨੂੰ ਢਾ ਕੇ ਗੋਲਾ ਹੀ ਬਣਾਇਆ ਉਦੋਂ ਬੱਚੇ ਕਹਿੰਦੇ ਕਿ ਹਾਂ ਸੇਮ ਹੈ, ਪਰ ਜਦੋਂ ਗੋਲੇ ਨੂੰ ਢਾਲ ਕੇ ਤੇ ਕੋਈ ਹੋਰ ਸ਼ੇਪ ਬਣਾ ਦਿੱਤੀ ਗਈ ਉਦੋਂ ਬੱਚਿਆਂ ਦੇ ਦਿਮਾਗ 'ਚ ਚੀਜ਼ ਕਨਸੈਪਟ ਬਦਲ ਜਾਂਦਾ कि हाँ ਹੁਣ मिट्टी की मात्रा अलग अलग हो गई है। दूसरे शब्दों में वे संरक्षण नहीं कर पाते, कोई कंजर्वेशन नहीं कर पाते, वो संरक्षण नहीं कर पाते। संरक्षण का मतलब कि अपने दिमाग में कोई चीज पक्की बिठा लेना कि हाँ ये मात्रा उन्नी ही है। संरक्षण की योग्यता का विकास 3 चरणों में देखा जा सकता है। 5 वर्षीय शालापुर बच्चे बिल्कुल ही संरक्षण नहीं कर पाते। बिठा लो इन दिमाग दे विच किन्ने साल के बच्चे बिल्कुल नहीं कर पाते? 5 साल तक के बच्चे। अगली अवस्था संक्रमण की अवस्था है जब बच्चे कुछ स्थितियों में तो संरक्षण कर पाते हैं, कुछ में नहीं। ਹੁਣ ਇਹੋ ਜਿਹੀਆਂ ਸਥਿਤੀਆਂ ਕੀ ਹੋ ਸਕਦੀਆਂ ਨੇ ਕਿ ਜਿੱਥੇ ਬੱਚੇ ਨੂੰ ਆਪਦੇ ਹੱਥੀਂ ਕੋਈ ਕੰਮ ਕਰਵਾਇਆ ਜਾਂਦਾ, ਕਈ ਵਾਰੀ ਬੱਚੇ ਉਹਨੂੰ ਇਹ ਸੋਚ ਪਾਉਂਦੇ ਕਿ ਹਾਂ ਇਹਦੀ ਮਾਤਰਾ ਸੇਮ ਆ, ਪਰ ਕਈ ਜਗ੍ਹਾ ਤੇ ਉਹਨਾਂ ਦੇ ਵਿੱਚ ਉਹ ਵਿਫਲ ਹੋ ਜਾਂਦੇ ਨੇ, ਕਈਆਂ ਦੇ ਵਿੱਚ सफल नहीं हो पाते। उसमें संकल्पना का विकास तो हो रहा है किंतु अभी तक वह अवस्था स्थिर नहीं होती, अतः वे अपने विचार बदल सकते हैं।
तीसरी अवस्था में वे सुसंगत ढंग से संरक्षण कर पाते हैं, यह 8 से 10 वर्ष के अंतर्गत उभरती है। ठीक है जी, ये ਤੁਹਾਨੂੰ ਪ੍ਰਸ਼ਨ ਪੇਪਰ ਦੇ ਵਿੱਚ ਆਇਆ ਹੋਇਆ ਹੈ ਕਿ ਕਿਸ ਉਮਰ ਵਰਗ ਦੇ ਜਿਹੜੇ ਬੱਚੇ ਹੈਗੇ ਉਹਨਾਂ ਦੇ ਵਿੱਚ ਸੰਰਕਸ਼ਣ ਦੀ ਭਾਵਨਾ ਜਿਹੜੀ ਯੋਗਤਾ ਹੈ ਉਹ ਵਿਕਸਿਤ ਹੋ ਜਾਂਦੀ ਆ। ਪ੍ਰੋਪਰ ਤੌਰ ਤੇ ਅਸੀਂ ਇਹ ਮੰਨਦੇ, ਪਿਆਜੇ ਮੰਨਦਾ, ਪ੍ਰੋਪਰ ਤੌਰ ਤੇ ਪਿਆਜੇ ਮੰਨਦਾ ਕਿ 8 ਤੋਂ 10 ਸਾਲ ਦੇ ਜਿਹੜੀ ਅਵਸਥਾ ਹੈ ਬੱਚੇ ਦੀ, ਉਹਦੇ ਵਿੱਚ ਉਹ ਸੰਰਕਸ਼ਣ ਕਰ ਪਾਉਣ ਦੇ ਯੋਗ ਹੋ ਜਾਂਦੇ ਨੇ। ਕਿਸ ਉਮਰ ਤੱਕ ਬਿਲਕੁਲ ਨਹੀਂ ਹੁੰਦੀ? ਕਰੋ ਰਿਪੀਟ, ਕਿਸ ਉਮਰ ਤੱਕ ਬਿਲਕੁਲ ਨਹੀਂ ਹੁੰਦੀ? ਕਿਸ ਉਮਰ ਤੱਕ ਬੱਚਿਆਂ ਦੇ ਵਿੱਚ ਸੰਰਕਸ਼ਣ ਦੀ ਕੈਪੇਬਿਲਿਟੀ ਬਿਲਕੁਲ ਵੀ ਨਹੀਂ ਹੁੰਦੀ? 5 ਸਾਲ ਤੱਕ ਦੇ ਬੱਚੇ। ਠੀਕ ਹੈ, ਹੁਣ ਆਪਾਂ ਗੱਲ ਕਰ ਰਹੇ ਹਾਂ ਕਿ 8 ਸਾਲ ਤੋਂ ਲੈ ਕੇ 10 ਸਾਲ ਦੇ ਬੱਚੇ ਪ੍ਰੋਪਰ ਤਰੀਕੇ ਨਾਲ ਕਰ ਪਾਉਂਦੇ ਨੇ, ਤਾਂ ਫਿਰ ਵਿਚਾਲੇ ਕੀ ਰਹਿ ਗਿਆ? 6-7 ਸਾਲ ਦੇ ਜਿਹੜੇ ਬੱਚੇ ਹੈਗੇ ਉਹ ਕਦੇ ਸੰਰਕਸ਼ਣ ਕਰ ਪਾਉਂਦੇ ਨੇ, ਕਦੇ नहीं कर पाते। ठीक है जी, अब वे पूरे विश्वास के साथ कहते हैं कि दोनों में मिट्टी की मात्रा समान है, अर्थात अब वे संरक्षण कर पाते हैं। आ उदाहरण देखो जिवें बनी हुई है, इवें तुसीं उत्थे बना भी सकते हो या दिमाग च तुहाडे दिमाग च बैठ सकती है, पिक्चर बिठा लो कि बच्चों को किस तरह के प्रयोग करवाए गए सी। शालापूर्व बच्चों की विचार शक्ति के पहलुओं को एक अन्य प्रयोग द्वारा दर्शाया गया है। बच्चों को बराबर लंबाई की 2 छड़ें दिखाई गई और उनके सामने रखी गई, जैसा कि चित्र में दिखाया गया है। इस स्थिति में दोनों छड़ें जो बराबर हैं बराबर ही दिखती हैं। पूछे जाने पर शालापूर्व बच्चे भी उन्हें समान ही कहते हैं। तब उनके सामने ही उनमें से एक छड़ दूसरी छड़ के दाईं ओर सरका दी जाती है। मतलब की हैगा कि हुण असीं उस जिहड़ी छड़ है ਉਹਨੂੰ थोड़ा जिहा ਉੱਚਾ ਨੀਵਾਂ कर ਦਿੰਦੇ ਆ, एक ਨੂੰ ਉੱਥੇ ਰਹਿਣ ਦਿੰਦੇ ਆ, एक ਨੂੰ ਉੱਚਾ ਨੀਵਾਂ कर ਦਿੰਦੇ ਆ। तब उनसे पूछा जाता है कि क्या दोनों छड़ें बराबर हैं या ऊपर वाली बड़ी है या नीचे वाली? पियाजे ने पाया कि शालापूर्व बच्चे सामान्यतः यही कहते हैं कि एक छड़ दूसरी से लंबी है। ठीक है, उन्होंने सामने ही पईयां सी वो दोनों छड़ा, ਉਹਨੂੰ ਅਸੀਂ ਇੱਕ ਨੂੰ ਚੱਕ ਕੇ ਥੋੜੇ ਉੱਪਰਲੇ ਬਣੇ ਰੱਖ ਦਿੱਤਾ, ਇੱਕ ਨੂੰ ਥੋੜਾ ਸਾਈਡ ਤੇ ਕਰ ਦਿੱਤਾ, ਤਾਂ ਹੁਣ ਕੀ ਹੋਇਆ? ਹੁਣ ਬੱਚੇ ਜਿਹੜੇ ਹੈਗੇ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਨਿਕਲ ਗਈ, ਉਹਨਾਂ ਨੂੰ ਜੋ ਲੰਬੀ ਦਿਖਾਈ ਦਿੰਦੀ ਪਈ ਉਹਨੂੰ ਕਹਿਣਗੇ ਕਿ ਲੰਬੀ ਹੈ, ਜਾਂ ਉਹਦੇ ਦਿਮਾਗ 'ਚ ਇੱਕ ਛੋਟੀ ਹੋ ਸਕਦੀ है। ठीक है, ਉਹਨਾਂ ਦੇ ਵਿਚਾਰ बदल जाते हैं। उनमें से अधिकांश कहते हैं कि ऊपर वाली छड़ लंबी है। शालापूर्व उम्र के बच्चों से बड़े बच्चे कहते हैं कि चाहे किसी भी छड़ को फिर भी दोनों बराबर ही रहती हैं। ठीक है, शालापूर्व से बड़े बच्चे कौन से हो गए? शालापूर्व केड़े होंगे 3 तो लेके 6 साल दे, तो शालापूर्व से बड़े कौन हो गए? 7 से 8 साल के। ठीक है जी, ते आपां ओही गल कीती कि 8 साल दे बच्चे हैगे आ वो जाके उन्हां दे संरक्षण दी भावना विकसित हो जाती है। पियाजे के अनुसार शालापूर्व बच्चों के इस तरह के उत्तर देने तथा उनकी विचार शक्ति में परिवर्तन का मुख्य कारण है कि शालापूर्व बच्चे की विचारधारा, हाँ आगे ना गल होई, इन्हें ध्यान नाल फिर सुन लो। शालापूर्व बच्चे एक विचारधारा पर वापस उल्टा नहीं सोच पाते, उन्हां च उल्टा सोचण दी पावर अजे विकसित नहीं हुई हुंदी, और रिवर्सिबिलिटी नहीं कर पाउंदे कि हाँ ओही चीज सी, ये ओही चीज जिहड़ी तोड़ के होर बनाई है। अपने विचारों को विभिन्न चरणों को उल्टा कर उन पर पुनः विचार नहीं कर पाते। अन्य शब्दों में वे अपने विचारों में प्रतिवर्त्यता नहीं कर पाते। संरक्षण करने के लिए बालिका को मानसिक स्तर पर ही पिचके हुए मिट्टी के ढेले को दोबारा गोला ढेलों के आकार में परिवर्तित करना होगा। ठीक है, हुण देखो की हुंदा कि जे ये चीज कदों विकसित होगी, अपने तो आपां क्यों सोच लैंदे आ? क्योंकि आपां आपदे दिमाग दे विच उस चीज नूं ढाल लैंदे आ, अपने अपना के तां नहीं वेंदे, पर आपां ये सोचदे कि हाँ ये ਉਹੀ ਪਹਿਲਾਂ ਐ ਸੀ, ਉਹਨੂੰ ਤੋੜ ਦਿੱਤਾ, ਫਿਰ ਆਹ ਚੀਜ਼ ਬਣ ਗਈ, ਜੇ ਇਹਨੂੰ ਮੈਂ ਫਿਰ ਗੋਲ ਕਰੂੰਗਾ ਫਿਰ ਉਹੀ ਚੀਜ਼ ਬਣ ਜੂਗੀ। ਇਹ ਆਪਣੇ ਦਿਮਾਗ 'ਚ ਆਪਾਂ ਸੋਚ ਪਾਉਂਦੇ ਆ, ਛੋਟੇ ਬੱਚੇ ਜੇ ਨਹੀਂ ਸੋਚ ਪਾਉਂਦੇ ਹੁੰਦੇ। ਉਦਾਹਰਨ ਦੇ ਤੌਰ ਤੇ ਆਪਾਂ ਆਪਣੇ ਦਿਮਾਗ 'ਚ ਜੋੜ ਘਟਾਓ ਕਰ ਲੈਂਦੇ ਆ। ਠੀਕ ਹੈ, ਆਪਾਂ ਨੂੰ ਯਾਦ ਰਹਿ ਜਾਂਦਾ ਕਿ ਹਾਂ ਪਹਿਲਾਂ ਮੈਂ ਇਸ ਚੀਜ਼ ਨੂੰ ਗੁਣਾ ਕੀਤਾ ਸੀਗਾ, ਹੁਣ ਮੈਂ ਇਹਨੂੰ ਭਾਗ ਕਰ ਰਿਹਾ ਜਾਂ ਮੈਂ ਇਹਨੂੰ ਜੋੜ ਘਟਾਓ ਕਰ ਰਿਹਾ, ਪਰ ਬੱਚੇ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਅਜੇ नहीं कर पाते होंगे। संरक्षण करने के लिए बालिका को मानसिक स्तर पर पिचके हुए मिट्टी के ढेलों का दोबारा गोला ढेलों में के आकार में परिवर्तित करना होगा। हाल ही में हुए शोध, इन शोधों से विदित हुआ कि यह स्थिति जिससे बच्चे परिचित होते हैं उसमें वे संगत रूप से संरक्षण कर पाते हैं। तो देखो ये चीज तुहानू सौखा याद रह जाऊगा, जिवें जिवें असीं पियाजे दा पहला कॉन्सैप्ट कीता ते हुण कीता, ये करदे पए आ। पहला असीं कीता, पहला किहड़ी चीज कीती असीं? अहम केंद्रिकता।
ਉਹਦੇ ਵਿੱਚ ਵੀ ਅਸੀਂ ਇਹ ਗੱਲ ਕਹੀ ਕਿ ਜੇ ਬੱਚੇ ਨੂੰ ਸਥਿਤੀਆਂ ਉਹ ਦਿੱਤੀਆਂ ਜਾਣ ਜਿਹੜੀਆਂ ਉਹਦੇ ਆਸ-ਪਾਸ ਵਾਪਰਦੀਆਂ ਨੇ ਜਾਂ ਜਿਹੜੀਆਂ ਜਿਨ੍ਹਾਂ ਤੋਂ ਜਾਣੂ ਹੋਵੇ, ਤਾਂ ਉਹਨਾਂ ਦੇ ਵਿੱਚ ਉਹਦੀ ਅਹਮ ਕੇਂਦਰਤਾ ਜਾਂ ਦੂਸਰੇ ਨਜ਼ਰੀਏ ਵੇਖਣ ਦੀ ਸ਼ਕਤੀ ਜਿਹੜੀ ਹੈਗੀ ਉਹ ਜ਼ਿਆਦਾ ਹੋਏਗੀ, ਬਜਾਏ ਕਿ ਅਸੀਂ ਉਹਨੂੰ ਵੱਖਰੇ ਤਰ੍ਹਾਂ ਦੇ ਪ੍ਰਯੋਗ ਕਰਵਾਇਆ ਜਾਵੇ। ਤੇ ਇੱਥੇ ਵੀ ਉਹੀ ਚੀਜ਼ ਹੈ ਕਿ ਜਿਹੜੇ ਬੱਚੇ ਡੇਲੀ ਆਪਦੀ ਰੂਟੀਨ ਦੇ ਵਿੱਚ ਜਿਹੜੇ ਕੰਮ ਕਰਦੇ ਨੇ, ਜੇ ਉਹਨਾਂ ਦੇ ਵਿੱਚੋਂ ਉਹਦੇ ਨਾਲ ਪ੍ਰਯੋਗ ਕੀਤੇ ਜਾਣ ਤਾਂ ਉਹ ਸੌਖੀ ਤਰੀਕੇ ਦੇ ਨਾਲ ਸਿਲੈਕਸ਼ਨ ਦੀ ਭਾਵਨਾ ਜਿਹੜੀ ਹੈਗੀ ਉਹਦੀ ਪੈਦਾ ਵਿਕਸਿत कर सकते हैं या दस सकते हैं। इन शोधों से विदित हुआ है कि यह स्थिति जिससे बच्चे परिचित होते हैं उनमें वे सुसंगत रूप से संरक्षण कर पाते हैं। जिन परिवारों में मिट्टी के बर्तन बनाना जीविका का साधन है, कुम्हार परिवार ने जड़े, उन परिवारों के बच्चों को मिट्टी के भिन्न भिन्न आकारों में रूपांतरित करने का अनुभव प्राप्त होता है। ये बच्चे आसानी से बिना भ्रम में पड़े इसे संरक्षण कर पाते हैं। ऐसे अनुभव अन्य शालापुर बच्चों को नहीं होते, अतः वे ऐसे संरक्षण नहीं कर पाते। यदि इन कुम्हारों के बच्चों को स्थिति परिस्थिति या सामग्री जिनसे वे अपरिचित हैं का प्रयोग करके संरक्षण के लिए उनकी जांच की जाए तो संभवतः वे संरक्षण नहीं कर पाएंगे। ठीक है, ਜਿਹੜੇ ਕੁਮਾਰ ਦੇ ਬੱਚੇ ਨੇ ਉਹ ਮਿੱਟੀ ਨਾਲ ਸੰਬੰਧਿਤ ਪ੍ਰਕਿਰਿਆ ਜਿਹੜੀ ਹੋਏਗੀ, ਪ੍ਰਯੋਗ ਹੋਏਗਾ, ਉਹਦਾ ਸਹੀ ਉੱਤਰ ਦੇਣਗੇ, ਪਰ ਉਹ ਵੀ ਜੇ ਉਹਨਾਂ ਨਾਲ ਵੀ ਕੋਈ ਹੋਰ ਤਰ੍ਹਾਂ ਦਾ ਪ੍ਰਯੋਗ ਕੀਤਾ ਜਾਵੇ ਤਾਂ ਹੋ ਸਕਦਾ ਉਹ ਵੀ ਉੱਥੇ ਫੇਲ ਹੋ ਜਾਣ। ਤਾਂ ਇਹਦਾ ਮਤਲਬ ਕੀ ਹੋਇਆ ਕਿ ਜਿਹੜੀਆਂ ਸਥਿਤੀਆਂ ਚੋਂ ਅਸੀਂ ਜਾਣੂ ਹੁੰਦੇ ਆ, ਜੇ ਉਹਨਾਂ ਵਿੱਚੋਂ ਕੋਈ ਪ੍ਰਯੋਗ ਕਰਵਾਇਆ ਜਾਵੇ ਤਾਂ ਬੱਚੇ ਜਿਹੜੇ ਸੰਰਕਸ਼ਣ ਦੀ ਜਿਹੜੀ ਕੈਪੇਬਿਲਿਟੀ ਉਹ ਸ਼ੋ ਕਰਨਗੇ। ठीक है जी, क्लियर है जी सारे नू? संरक्षण का देखो मतलब कि शाब्दिक अर्थ नहीं ਇਹਦਾ ਕੋਈ ਬਣੇਗਾ। ਕੰਜ਼ਰਵੇਸ਼ਨ ਕਿਸੇ एक तरह का कंसैप्ट अपने दिमाग ਦੇ ਵਿੱਚ ਮਾਤਰਾ ਨੂੰ ਬਿਠਾਉਣਾ, संरक्षण करना, किसी चीज ਨੂੰ कंजर्व कर लेना, किसी चीज ਨੂੰ ਆਪਣੇ दिमाग ਦੇ ਵਿੱਚ ਮਾਤਰਾ ਨੂੰ ਬਿਠਾ ਲੈਣਾ कि हाँ ये मात्रा उन्नी ही है। संरक्षण ਦਾ ਕੋਈ ਹੋਰ ਆਪਾਂ ਨਹੀਂ ਐਵੇਂ ਕੋਈ ਸ਼ਾਬਦਿਕ ਅਰਥ ਮੈਨੂੰ ਨਹੀਂ ਲੱਗ ਰਿਹਾ ਕਿ ਸ਼ਾਇਦ ਕੋਈ ਮੈਂ ਤੁਹਾਨੂੰ ਦੱਸ ਸਕਾਂ। संरक्षण कर लेना किसी चीज ਨੂੰ, ਸੁਰੱਖਿਅਤਾ ਨਹੀਂ ਹੈਗੀ ਇਹ। संरक्षण ਕਿਸੇ ਚੀਜ਼ ਨੂੰ ਦਿਮਾਗ ਦੇ ਵਿੱਚ ਉਹਦੀ ਮਾਤਰਾ ਨੂੰ ਬਿਠਾ ਲੈਣਾ ਕਿ ਹਾਂ ਇਹਦੀ ਮਾਤਰਾ ਉਨੀ ਹੀ ਹੈ, ਉਹ ਬਦਲੀ ਨਹੀਂ ਹੈ। ਹੁਣ ਅੱਗੇ ਆਪਾਂ ਕਰਾਂਗੇ 11ਵਾਂ ਪ੍ਰਸ਼ਨ। 11वां प्रश्न है जीवितावरोपण से क्या अभिप्राय है। पेपर ਦੇ ਵਿੱਚ ਆਇਆ ਹੈ ਪ੍ਰਸ਼ਨ ਇੱਕ ਸਾਰੇ ਇੱਕ ਇਹਨਾਂ ਨੂੰ ਨਾ ਜਿਹੜੇ ਆਪਣੇ ਪਹਿਲਾਂ 2-3 ਪੇਪਰ ਹੋਏ ਨੇ ਉਹਨਾਂ ਦੇ ਕੁਐਸਚਨ ਪੇਪਰ ਇਹਨਾਂ ਨੂੰ ਸੈਂਡ ਕਰਵਾ ਦਿਓ। ਵੈਸੇ ਤੁਸੀਂ ਆਪ ਵੀ ਕਰ ਸਕਦੇ ਹੋ, ਵੈਸੇ ਤੁਸੀਂ ਆਪ ਵੀ ਡਾਊਨਲੋਡ ਕਰ ਸਕਦੇ ਹੋ ਇਗਨੋ ਦੀ ਵੈਬਸਾਈਟ ਤੇ ਜਾ ਕੇ ਆਪਦੇ ਨਾ ਜਿਹੜੇ 2019 ਤੋਂ ਲੈ ਕੇ ਜਿਹੜੇ ਹੁਣ ਤੱਕ ਦੇ ਪੇਪਰ ਹੋਏ ਨੇ ਉਹਨਾਂ ਨੂੰ ਡਾਊਨਲੋਡ ਕਰੋ ਤਾਂ ਕਿ ਤੁਹਾਨੂੰ ਇਹਨਾਂ ਕੋ ਪਤਾ ਲੱਗੇ ਕਿ ਲੇਟੈਸਟ ਕਿਸ ਤਰ੍ਹਾਂ ਦੇ ਪ੍ਰਸ਼ਨ ਆਏ ਨੇ। ठीक है, और रिपीट ही होए ने मोस्टली क्वेश्चन उस टॉपिक ਦੇ ਵਿੱਚੋਂ ਕੋਈ ਇੱਕ ਟੌਪਿਕ ਪਹਿਲਾਂ ਲੈ ਲਿਆ, ਉਹੀ ਟੌਪਿਕ ਉਹਦੇ ਨਾਲ ਦਾ ਰਲਦਾ ਮਿਲਦਾ ਟੌਪਿਕ ਅਗਲੇ ਪੇਪਰ ਦੇ ਵਿੱਚ ਆ ਗਿਆ, ਤਾਂ ਉਹਦੇ ਨਾਲ ਤੁਹਾਨੂੰ ਥੋੜੀ ਹੈਲਪ ਜ਼ਰੂਰ ਮਿਲੇਗੀ, ਨਾਲੇ ਉਹ ਕੁਐਸਚਨ ਵੀ ਆਪਾਂ ਤਿਆਰ ਕਰ ਲਾਂਗੇ। ਹੁਣ ਇੱਥੇ ਹੈ ਆਪਣੇ ਕੋਲੇ एनिमिज्म। जीवतावरोपण से क्या अभिप्राय है। जीवतावरोपण को स्पष्ट कीजिए, ਇਹਨੂੰ ਅੰਗਰੇਜ਼ੀ ਚ ਆਪਾਂ ਕਹਿੰਦੇ ਆ एनिमिज्म। एनिमल ਤੋਂ एनिमिज्म जीवन। जीवतारोपण की हुंदा कि बच्चे हर एक चीज नूं अपने वर्गी जानदार चीज समझते आ। उन्हां वास्ते जिवें आपां पहलां पढ़ चुके हैं कि वो सोटी नूं भी चिड़िया या कुत्ता मन सकते आ। ठीक है, वो कागज के टुकड़े नूं भी तितली चिड़िया कुछ भी मन सकते आ। वो आपदे कोले पई लक्कड़ दी गुड़िया या प्लास्टिक दी गुड़िया नूं भी आपदी सहेली आपदी भैन मन सकते आ। ਤਾਂ ਬੱਚਿਆਂ ਦੇ ਦਿਮਾਗ 'ਚ ਕੀ ਹੁੰਦਾ ਕਿ ਹਰ ਇੱਕ ਚੀਜ਼ ਦੇ ਵਿੱਚ ਜਾਨ ਹੈ। ਉਹ ਆਪਾਂ ਦੇਖੋ ਇਹ ਆਪਣੇ ਪੁਰਾਣਾ ਕਲਚਰ ਵੀ ਸੀਗਾ ਕਿ ਅਸੀਂ ਸਿਖਾਉਂਦੇ ਸੀ ਬੱਚਿਆਂ ਨੂੰ ਕਿ ਜਦੋਂ ਬੱਚੇ ਡਿੱਗ ਪੈਂਦੇ ਸੀ ਤੇ ਅਸੀਂ ਕੀ ਕਹਿੰਦੇ ਸੀ ਉਹਨੂੰ ਗਰਾਉਣ ਵਾਸਤੇ, ਲੈ ਵੇਖ ਕੀੜੀ ਦਾ ਆਟਾ ਡੁੱਲ ਗਿਆ। ਠੀਕ ਹੈ, ਤਾਂ ਹਰ ਇੱਕ ਚੀਜ਼ ਨੂੰ ਚੋਟ ਲੱਗਦੀ ਹੈ। ਹਰ ਇੱਕ ਜਿਵੇਂ ਆਪਾਂ ਕਈ ਵਾਰੀ ਕੀ ਹੁੰਦਾ ਕਿ ਬੱਚੇ ਦੇ ਕੋਈ ਤੁਹਾਡੇ ਕੋਲੋਂ ਹੀ ਬੱਚੇ ਦੇ ਚਪੇੜ ਵੱਜ ਗਈ ਜਾਂ ਤੁਹਾਡੇ ਕੋਲੇ ਬੱਚੇ ਦੇ ਕੂਹਣੀ ਵੱਜ ਗਈ ਜਾਂ ਤੁਹਾਡੇ ਕੋਲੇ ਬੱਚੇ ਦੇ ਕੋਈ ਸੱਟ ਵੱਜ ਗਈ ਮਾੜੀ ਜਿਹੀ ਛੋਟੀ ਜੀ, ਬੱਚਾ ਰੋਣ ਲੱਗ ਗਿਆ, ਤਾਂ ਤੁਸੀਂ ਕੀ ਕਰਦੇ ਹੋ, ਲੈ ਮੰਜੇ ਨੇ ਮਾਰਿਆ, ਲੈ ਮੰਜੇ ਤੇ ਆਪਾਂ ਚਪੇੜ ਮਾਰਦੇ ਆ। ਠੀਕ ਹੈ, ਲੈ ਮੰਜਾ ਵੀ ਰੋਣ ਲੱਗ ਗਿਆ।
ਇਹ ਚੀਜ਼ਾਂ ਕਨਸੈਪਟ ਕੀ ਹੈ, ਬੱਚਾ ਉਸ ਨੂੰ ਕਿਉਂ ਮੰਨ ਲੈਂਦਾ? ਬੱਚਾ ਤਾਂ ਮੰਨ ਲੈਂਦਾ, ਕੁਐਸਚਨ ਨੰਬਰ 11